न्यूज़ नंबर वेख रहे सारे दर्शकों का मैं शायना शर्मा स्वागत करती हाँ। शंभू बॉर्डर ते हुए किस्से नूं लैके पंजाबी कलाकार दीप सिद्धू ने लाइव होके सारी गलबात लोकां नाल सांझी कीती है। दरअसल शंभू बॉर्डर ते किसान बिल नूं लैके प्रदर्शन काफ़ी दिनों तो चलदा आ रहा है। कल भी जदों प्रदर्शन चल रहा सी तां कुछ देर बाद एक व्यक्ति ने ट्रैक्टर ट्रॉली नाल नैशनल हाईवे नूं जाम करता, जिहदे बाद दीप सिद्धू उस व्यक्ति नूं मिलन गए तो उन्हां दे पिछे प्रदर्शन कर रहे लोकां 'च किसी ने खालिस्तान दे नारे लाने शुरू कर दे। इसे घटना नूं लैके दीप सिद्धू होए लाइव ते दस्सी पूरी कहानी, आओ सुनते हैं। Press the bell icon and never miss a video from newsnumber.com. ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ। ਅੱਜ ਆਪਾਂ ਗੱਲ ਜਿਹੜੀ ਕਰਨੀ ਆ ਉਹ ਮੈਂ ਪਹਿਲਾਂ ਹੀ ਸਪਸ਼ਟ ਕਰਦਾ ਵੀ ਨਾ ਤਾਂ ਖਾਲਿਸਤਾਨ ਦੀ ਗੱਲ ਕਰਨੀ, ਨਾ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਸਾਡੇ ਮਹਾਨ ਸ਼ਹੀਦ ਆ ਉਹਨਾਂ ਦੀ ਗੱਲ ਕਰਨੀ ਕੋਈ ਗਲਤ ਗੱਲ ਆ। ਮੈਂ ਇਸ ਗੱਲ ਦੀ ਜਮਾਂ ਹੀ ਹਮਾਇਤ ਨਹੀਂ ਕਰਦਾ ਵੀ ਇਹ ਗੱਲ ਗਲਤ ਆ। ਇਹ ਗੱਲ ਪਹਿਲਾਂ ਸਪਸ਼ਟ ਆਪਾਂ ਕਰ ਦਈਏ ਕਿਉਂਕਿ ਸਾਡੀ ਲੜਾਈ ਹੀ ਸਾਡੀ ਕੌਮੀਅਤ ਖਾਤਰ ਆ ਔਰ ਕੌਮੀਅਤ ਦਾ ਇੱਕ ਚਿੰਨ੍ਹ ਆ ਉਹ ਖਾਲਿਸਤਾਨ ਆ। ਜਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਜਿਹੜੀ ਲੜਾਈ ਲੜੀ ਸੀ ਉਹ ਵੀ ਸਾਡੀ ਕੌਮੀਅਤ ਖਾਤਰ ਹੀ ਲੜੀ ਸੀ। ਕੌਮੀਅਤ ਦੇ ਜਾਂ ਪੰਜਾਬ ਦੇ ਜਾਂ ਪੰਜਾਬੀ ਹੱਕਾਂ ਖਾਤਰ ਉਹਨਾਂ ਨੇ ਸੰਘਰਸ਼ ਲੜਿਆ ਸੀ। ਸੋ ਇਹ ਜਮਾਂ ਕੋਈ ਗਲਤ ਗੱਲ ਨਹੀਂ ਆ। ਸ਼ੰਭੂ ਮੋਰਚਾ ਜਦੋਂ ਆਪਾਂ ਲਾਇਆ ਇਸ ਗੱਲ ਦਾ ਹੀ ਪ੍ਰਤੀਕ ਸੀ ਵੀ ਸਾਡੀ ਕੌਮੀਅਤ ਤੇ ਸਾਡੀ ਪੰਜਾਬ ਦੀ ਹੋਂਦ ਦੀ ਲੜਾਈ ਆ, ਕਿਉਂਕਿ ਜਿਹੜੇ ਕਾਨੂੰਨ ਆਏ ਆ ਉਹ ਇਕੱਲੇ ਆਰਥਿਕਤਾ ਤੇ ਅਟੈਕ ਨਹੀਂ ਕਰਦੇ, ਉਹ ਸਾਡੀ ਕੌਮੀਅਤ ਤੇ ਅਟੈਕ ਕਰਦੇ ਆ। ਇਸ ਲਈ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ, ਆਪਦੀ ਧਰਤੀ ਨੂੰ ਬਚਾਉਣ ਵਾਸਤੇ, ਆਪਦੇ ਇਤਿਹਾਸ ਨੂੰ ਬਚਾਉਣ ਵਾਸਤੇ, ਆਪਦੇ ਹੱਕਾਂ ਨੂੰ ਬਚਾਉਣ ਵਾਸਤੇ, ਆਪਦੀ ਮਾਂ ਬੋਲੀ ਨੂੰ ਬਚਾਉਣ ਵਾਸਤੇ, ਸਾਡੇ ਪਾਣੀਆਂ ਨੂੰ ਬਚਾਉਣ ਵਾਸਤੇ, ਸਾਡੀ ਆਈਡੈਂਟਿਟੀ ਨੂੰ ਬਚਾਉਣ ਵਾਸਤੇ, ਸੋ ਨਾਲ ਕਹਿ ਲਓ ਸਾਡੇ ਫਲਸਫੇ ਨੂੰ ਬਚਾਉਣ ਵਾਸਤੇ, ਜਿਹੜਾ ਫਲਸਫਾ ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਸਾਨੂੰ ਮਿਲਿਆ। ਪਰ ਜਿਹੜੀ ਗੱਲ ਹੋਈ ਆ ਉਹਨੂੰ ਆਪਾਂ ਪੂਰਨ ਤੌਰ ਤੇ ਸਮਝ ਲਈਏ। ਗੱਲ ਹੋਈ ਕੀ ਆ ਤੇ ਪੂਰਾ ਵਰਤਾਰਾ ਕੀ ਸੀ। ਵਰਤਾਰਾ ਇਹ ਸੀ ਵੀ ਇੱਕ ਪਾਸੇ ਸੜਕ ਤੇ ਕਿਸੇ ਨੇ ਟਰੈਕਟਰ ਤੇ ਟਰਾਲੀ ਜਮਾਂ ਐਨ ਟੇਢੀ ਕਰਕੇ ਲਾਤੀ ਤੇ ਰੋਡ ਬਲੌਕ ਕਰਤੀ ਨੈਸ਼ਨਲ ਹਾਈਵੇ। ਹੁਣ ਮੈਨੂੰ ਹਿਸਾਬ ਸਿਰ ਉਧਰ ਕੱਢ ਲਿਆ ਗਿਆ। ਮੈਨੂੰ ਇਹ ਕਿਹਾ ਵੀ ਉਧਰ ਆਓ, ਰੋਡ ਬਲੌਕ ਹੋ ਗਈ ਆ ਤੇ ਤੁਸੀਂ ਉਹਨੂੰ ਆ ਕੇ ਖਿਲਾਓ। ਮੈਂ ਜਦੋਂ ਰੋਡ ਖਿਲਾਉਣ ਗਿਆ ਤਾਂ ਮੈਂ ਦੇਖਿਆ ਵੀ ਉਹ ਜਿਹੜੇ ਬੰਦੇ ਨੇ ਸੜਕ ਤੇ ਟਰੈਕਟਰ ਲਾਇਆ ਸੀ ਉਹਦੀ ਦਾਰੂ ਪੀਤੀ ਸੀ। ਚਲੋ ਇੱਕ ਤਾਂ ਇਹ ਗੱਲ। ਦੂਜੇ ਪਾਸੇ ਇੱਧਰ ਖਾਲਿਸਤਾਨ ਦੇ ਨਾਅਰੇ ਲੱਗ ਗਏ। ਹੁਣ ਇਹ ਇੱਕ ਸਾਜ਼ਿਸ਼ ਆ, ਇਹ ਸਾਜ਼ਿਸ਼ ਅਧੀਨ ਸਾਰੀ ਗੱਲ ਹੋਈ ਆ। ਇਹਨੂੰ ਸਮਝਣ ਦੀ ਜ਼ਰੂਰਤ ਆ। ਪਹਿਲਾਂ ਆਪਾਂ ਇਹ ਸਮਝੀਏ ਵੀ ਸਾਡੀ ਕੌਮੀਅਤ ਕੀ ਆ ਜਾਂ ਇਸ ਯੂਨੀਅਨ ਆਫ ਇੰਡੀਆ ਦੇ ਅਸੀਂ ਹਿੱਸਾ ਕਿਵੇਂ ਆ, ਤਾਂ ਯੂਨੀਅਨ ਦੇ ਕੀ ਫਰਜ਼ ਆ ਤੇ ਸਾਡੇ ਕੀ ਫਰਜ਼ ਆ। ਜਦੋਂ ਕੋਈ ਸਟੇਟ, ਚਾਹੇ ਉਹ ਪੰਜਾਬ ਹੋਵੇ, ਚਾਹੇ ਬੰਗਾਲ ਹੋਵੇ, ਚਾਹੇ ਸਾਊਥ ਦੇ ਸਟੇਟ ਹੋਣ, ਚਾਹੇ ਮੈਨੂੰ ਲੱਗਦਾ ਕਸ਼ਮੀਰ ਹੋਵੇ, ਜਦੋਂ ਕੋਈ ਸਟੇਟ ਕਿਸੇ ਯੂਨੀਅਨ 'ਚ ਆ ਕੇ ਉਹਦਾ ਹਿੱਸਾ ਬਣਦਾ, ਉਹਦਾ ਪਾਰਟ ਬਣਦਾ ਤੇ ਕਹਿੰਦਾ ਅਸੀਂ ਇਸ ਯੂਨੀਅਨ ਦੇ ਅੰਦਰ ਤੁਹਾਡੇ ਨਾਲ ਮਿਲ ਕੇ ਰਹਾਂਗੇ, ਇਹਦਾ ਮਤਲਬ ਭਾਰਤ ਇੱਕ ਬਹੁ ਕੌਮੀਅਤ ਦੇਸ਼ ਬਣ ਜਾਂਦਾ। ਇੱਕ ਮਲਟੀ ਜਿਹੜੀਆਂ ਛੋਟੀਆਂ ਮਲਟੀ ਕਲਚਰਲ ਐਂਡ ਮਲਟੀ ਨੈਸ਼ਨੈਲਿਟੀ ਜਿਹੜੀ ਇਹਨਾਂ ਨੇ ਮਿਲ ਕੇ ਇੱਕ ਯੂਨੀਅਨ ਕ੍ਰੀਏਟ ਕੀਤੀ ਹੈ, ਜਿਹਨੂੰ ਆਪਾਂ ਯੂਨੀਅਨ ਆਫ ਇੰਡੀਆ ਕਹਿੰਦੇ ਹਾਂ। ਹੁਣ ਯੂਨੀਅਨ ਆਫ ਇੰਡੀਆ ਤੇ ਲੋਕਾਂ 'ਚ ਜਿਹੜੇ ਉਹਦੇ ਲੋਕ ਆ ਉਹਦੇ 'ਚ ਇੱਕ ਐਗਰੀਮੈਂਟ ਹੁੰਦਾ, ਇੱਕ ਤਰ੍ਹਾਂ ਦੀ ਸੰਧੀ ਹੁੰਦੀ ਆ। ਯੂਨੀਅਨ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਂਦੀ ਆ ਵੀ ਅਸੀਂ ਤੁਹਾਡੇ ਜਾਨ ਮਾਲ ਦੀ ਰਾਖੀ ਕਰਾਂਗੇ ਤੇ ਤੁਹਾਡੀ ਕੌਮੀਅਤ ਦੀ ਰਾਖੀ ਵੀ ਕਰਾਂਗੇ। ਤੇ ਜਿਹੜੀ ਲੋਕਾਂ ਦਾ ਫਰਜ਼ ਆ, ਲੋਕ ਇਹ ਉਹਨੂੰ ਯੂਨੀਅਨ ਨੂੰ ਭਰੋਸਾ ਦਿਵਾਉਂਦੇ ਆ ਵੀ ਅਸੀਂ ਤੁਹਾਡੇ ਲਈ ਵਫਾਦਾਰ ਰਹਾਂਗੇ ਤੇ ਇਸ ਯੂਨੀਅਨ ਦਾ ਹਿੱਸਾ ਰਹਾਂਗੇ। ਜਦੋਂ ਅਸੀਂ ਪੰਜਾਬ ਉਸ ਯੂਨੀਅਨ ਦਾ ਹਿੱਸਾ ਬਣਿਆ ਤੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਵੀ ਤੁਹਾਡੀ ਕੌਮੀਅਤ ਨੂੰ, ਤੁਹਾਡੀ ਵਿਲੱਖਣਤਾ ਨੂੰ, ਤੁਹਾਡੀ ਮਾਂ ਬੋਲੀ ਨੂੰ, ਤੁਹਾਡੇ ਇਤਿਹਾਸ ਨੂੰ, ਤੁਹਾਡੇ ਪਾਣੀਆਂ ਨੂੰ ਅਸੀਂ ਨਹੀਂ ਟੱਚ ਕਰਾਂਗੇ। ਸੰਵਿਧਾਨ 'ਚ ਜੇ ਕੁਛ ਵੀ ਤੁਹਾਡੇ ਉਲਟ ਜਾਂਦਾ ਉਹ ਸੰਵਿਧਾਨ ਹੀ ਮਨਜ਼ੂਰ ਨਹੀਂ ਕਰਾਂਗੇ। ਚਲੋ ਸਮੇਂ ਤੇ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਸਮੇਂ ਤੇ ਸਰਕਾਰਾਂ ਨੇ ਸਾਡੇ ਨਾਲ ਵਾਅਦੇ ਖਿਲਾਫੀ ਕੀਤੀ, ਸਾਡੇ ਆਪ ਦੇ ਲੀਡਰਾਂ ਨੇ ਸਾਡੇ ਨਾਲ ਵਾਅਦੇ ਖਿਲਾਫੀ ਕੀਤੀ, ਮੁੱਕਰ ਗਏ ਸਾਨੂੰ ਭਰੋਸੇ 'ਚ ਲੈ ਕੇ, ਸਾਨੂੰ ਵਾਅਦੇ ਕਰਕੇ। ਹੁਣ ਅਗਲੀ ਗੱਲ ਤੇ ਜਦੋਂ ਆਈਏ, ਉਹਦਾ ਸਭ ਤੋਂ ਜ਼ਿਆਦਾ ਪ੍ਰਗਟ ਰੂਪ 'ਚ ਗੱਲ ਸਾਡੇ ਸਾਹਮਣੇ ਉਦੋਂ ਆਈ ਜਦੋਂ ਇਸ ਸਰਕਾਰ ਨੇ, ਇਸ ਯੂਨੀਅਨ ਦੀ ਸਰਕਾਰ ਨੇ ਸਾਡੇ ਸਭ ਤੋਂ ਪਵਿੱਤਰ
ਤੇ ਸਭ ਤੋਂ ਜ਼ਿਆਦਾ ਪਿਆਰੀ ਚੀਜ਼ ਜਾਂ ਆਤਮਿਕ ਸੋਮਾ ਅਸੀਂ ਕਹਿ ਲਈਏ ਦਰਬਾਰ ਸਾਹਿਬ ਤੇ ਹਮਲਾ ਕਰਤਾ। ਉਹਦੇ ਸਾਡੀ ਇਸ ਕੌਮੀਅਤ 'ਚ ਸਿਰਫ ਇਹਨਾਂ ਨੇ ਕੌਮੀਅਤ ਤੇ ਹਮਲਾ ਨਹੀਂ ਕੀਤਾ ਜਾਂ ਸਾਡੇ ਹੋਂਦ ਤੇ, ਸਾਡੀ ਹਸਤੀ ਤੇ, ਸਾਡੀ ਸਭ ਤੋਂ ਪਵਿੱਤਰ ਚੀਜ਼ ਤੇ ਹਮਲਾ ਕਰਕੇ ਸਾਨੂੰ ਇਹ ਦਰਸਾਤਾ ਵੀ ਜੇ ਰਹਿਣਾ ਤਾਂ ਗੁਲਾਮ ਬਣ ਕੇ ਰਹੋ, ਨਹੀਂ ਤਾਂ ਫਿਰ ਅਸੀਂ ਤੁਹਾਡੀ ਜਾਨ ਮਾਲ ਦੀ ਰਾਖੀ ਅਸੀਂ ਨਹੀਂ ਕਰਾਂਗੇ ਤੇ ਤੁਹਾਡੀ ਕੌਮੀਅਤ ਦੀ ਰਾਖੀ ਵੀ ਅਸੀਂ ਨਹੀਂ ਕਰਾਂਗੇ। ਇਦੋਂ ਪਹਿਲਾਂ ਤੱਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਿਰਫ ਜਿਹੜੀ ਪਹਿਰਾ ਦਿੰਦੇ ਗਏ ਉਹ ਦਿੰਦੇ ਗਏ ਅਨੰਦਪੁਰ ਸਾਹਿਬ ਦੇ ਮਤੇ ਤੇ ਖੁਦ ਮੁਖਤਿਆਰੀ ਤੇ ਵੀ ਰਾਜਾਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਆ। ਉੱਥੇ ਇਕੱਲੇ ਇਹ ਨਹੀਂ ਕਿਹਾ ਵੀ ਪੰਜਾਬ ਨੂੰ ਦਿਓ, ਬੰਗਾਲ ਨੂੰ ਵੀ ਦਿਓ, ਤੇ ਸਾਊਥ ਦੇ ਵੀ ਜਿਹੜੇ ਸਟੇਟਸ ਆ ਉਹਨਾਂ ਨੂੰ ਵੀ ਵੱਧ ਅਧਿਕਾਰ ਦਿਓ। ਹੁਣ ਜਦੋਂ ਸਾਡੇ ਤੇ ਹਮਲਾ ਹੋ ਗਿਆ ਤੇ ਸਾਡੇ ਉਸ ਆਤਮਿਕ ਸੋਮੇ ਤੇ ਜਾਂ ਜਿੱਥੇ ਸਾਡੀ ਪਛਾਣ ਜੁੜੀ ਆ ਉਹਦੇ ਤੇ ਹਮਲਾ ਹੋ ਗਿਆ, ਉਸ ਤੋਂ ਬਾਅਦ ਇਸ ਯੂਨੀਅਨ 'ਚ ਸਾਡਾ ਦਿੱਤਾ ਹੋਇਆ ਭਰੋਸਾ, ਸਾਡਾ ਰਿਪੋਜ਼ ਕੀਤਾ ਹੋਇਆ ਟਰਸਟ ਉਹ ਬ੍ਰੀਚ ਕਰਤਾ ਯੂਨੀਅਨ ਨੇ। ਉਸ ਤੋਂ ਬਾਅਦ ਪੰਜਾਬੀਆਂ ਨੂੰ ਇਹ ਲੱਗਿਆ ਵੀ ਜੇ ਸਾਡੇ ਜਾਨ ਮਾਲ ਦੀ ਤੁਸੀਂ ਰੱਖਿਆ ਨਹੀਂ ਕਰ ਰਹੇ, ਸਾਡੀ ਕੌਮੀਅਤ ਦੀ ਤੁਸੀਂ ਰੱਖਿਆ ਨਹੀਂ ਕਰ ਰਹੇ, ਜਿਹਦੇ ਤੁਸੀਂ ਵਾਅਦੇ ਕੀਤੇ ਸੀ, ਭਰੋਸੇ ਕੀਤੇ ਸੀ, ਤੇ ਆ ਕੇ ਜੇ ਦਰਬਾਰ ਸਾਹਿਬ ਤੇ ਅਟੈਕ ਕਰਤਾ ਫਿਰ ਅਸੀਂ ਹੁਣ ਤੁਹਾਡੇ ਵਫਾਦਾਰ ਨਹੀਂ ਰਹਿਣਾ। ਜੇ ਐਡੀ ਗੱਲ ਆ ਤਾਂ ਸਾਨੂੰ ਵੱਖ ਕਰ ਦਿਓ। ਸੋ ਇਹ ਜਿਹੜੀ ਗੱਲ ਸੀ ਇੱਕ ਰਾਜਸੀ ਗੱਲ ਸੀ, ਇੱਕ ਪੋਲੀਟੀਕਲ ਗੱਲ ਸੀ। ਇਹਨੂੰ ਸਰਕਾਰਾਂ ਨੇ ਭੰਡ ਕੇ ਇਹਦਾ ਭੰਡੀ ਪ੍ਰਚਾਰ ਕਰਕੇ ਜਦੋਂ ਕੋਈ ਖਾਲਿਸਤਾਨ ਦੀ ਗੱਲ ਕਰਦਾ ਉਦੋਂ ਲੋਕਾਂ ਦੀ ਮਾਨਸਿਕਤਾ 'ਚ ਐਡਾ ਵੱਡਾ ਇਹਦਾ ਅਸਰ ਵਾੜਤਾ ਵੀ ਇਹ ਤਾਂ ਕੋਈ ਅੱਤਵਾਦੀ ਹੋਊਗਾ, ਇਹ ਤਾਂ ਕੋਈ ਵੱਖਵਾਦੀ ਹੋਊਗਾ। ਸੋ ਨਾ ਤਾਂ ਜਿਹੜਾ ਕੋਈ ਗੱਲ ਕਰਦਾ ਉਹ ਅੱਖਵਾਦੀ ਆ, ਨਾ ਅੱਤਵਾਦੀ ਆ, ਨਾ ਵੱਖਵਾਦੀ ਆ, ਨਾ ਹੀ ਉਹਦਾ ਇੱਕ ਜਿਹਦੇ ਕਿਤੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਈ ਆ ਜਾਂ ਉਹਦੇ ਦਿਲ 'ਚ ਜਿਹੜਾ ਇੱਕ ਦਰਦ ਪਿਆ, ਜਿਹੜਾ ਦਰਦ ਇਹਨਾਂ ਸਰਕਾਰਾਂ ਨੇ ਪੈਦਾ ਕੀਤਾ ਸੀ ਉਹਦੇ 'ਚੋਂ ਅੰਦਰੋਂ ਨਿਕਲੀ ਹੋਈ ਗੱਲ ਆ ਇਹ। ਹੁਣ ਅਸੀਂ ਅੱਜ ਜੇ ਸ਼ੰਭੂ ਬੈਠੇ ਆ ਤਾਂ ਸਾਡੀ ਕੌਮੀਅਤ ਨੂੰ ਬਚਾਉਣ ਖਾਤਰ ਹੀ ਬੈਠੇ ਆ। ਔਰ ਖਾਲਿਸਤਾਨ ਇੱਕ ਉਵੇਂ ਹੀ ਵਰਡ ਆ ਜਿਵੇਂ ਤੇਲੰਗਾਨਾ ਸਾਊਥ ਵਾਲੇ ਸਟੇਟਸ ਜਾਂ ਉਹਨਾਂ ਦੇ ਇਮੋਸ਼ਨਸ ਨੂੰ ਪ੍ਰੈਜ਼ੈਂਟ ਕਰਦਾ, ਜਿਵੇਂ ਬੰਗਾਲੀਆਂ ਦੇ ਇਮੋਸ਼ਨਸ ਨੂੰ ਪ੍ਰੈਜ਼ੈਂਟ ਕਰਦਾ, ਪੰਜਾਬ ਸਾਡੇ ਇਮੋਸ਼ਨਸ ਨੂੰ ਪ੍ਰੈਜ਼ੈਂਟ ਕਰਦਾ, ਉਵੇਂ ਹੀ ਖਾਲਿਸਤਾਨ ਇੱਕ ਪੀਪਲਸ ਐਸਪੀਰੇਸ਼ਨ ਆ। ਜਿਵੇਂ ਕਈ ਧਿਰਾਂ ਨੇ ਅੱਜ ਜਿਹੜੀ ਹਿੰਦੂ ਵਰਗ ਦੀਆਂ ਧਿਰਾਂ ਉਹਨਾਂ ਨੇ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਆ, ਕਿਉਂਕਿ ਉਹ ਵੀ ਇੱਕ ਉਹਨਾਂ ਦੀ ਐਸਪੀਰੇਸ਼ਨ ਹੈ, ਇੱਕ ਮਨਸ਼ਾ, ਲੋਕਾਂ ਦੀ ਮਨਸ਼ਾ, ਪੀਪਲਸ ਐਸਪੀਰੇਸ਼ਨ ਆ। ਸੋ ਇਹਨੂੰ ਮਿਲੀਟੈਂਸੀ ਨਾਲ ਜੋੜ ਕੇ, ਇਹਨੂੰ ਵੱਖਵਾਦ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਇਹ ਬੜਾ ਪੋਲੀਟੀਕਲ ਜੀ ਚੀਜ਼ ਆ। ਜਦੋਂ ਤੁਸੀਂ ਦੇਖੋ ਕੋਈ ਜਰਨਲਿਸਟ ਸਵਾਲ ਕਰਦਾ, ਮੈਂ ਕਦੇ ਵੀ ਪਿੱਛੇ ਨਹੀਂ ਹਟਦਾ, ਕਿਉਂਕਿ ਸਾਡੇ ਮਨਾਂ 'ਚ ਕੋਈ ਕਿਤੋਂ ਅਸੀਂ ਵੱਖਵਾਦੀ ਜਾਂ ਅੱਤਵਾਦੀ ਵਿਚਾਰਧਾਰਾ ਲੈ ਕੇ ਚੱਲੇ ਹੋਈਏ, ਉਹ ਤਾਂ ਹੈ ਹੀ ਨਹੀਂ। ਅਸੀਂ ਤਾਂ ਆਪਦੇ ਹੱਕਾਂ ਦੇ ਖਾਤਰ ਲੜ ਰਹੇ ਹਾਂ, ਆਪਦੀ ਆਵਾਜ਼ ਬੁਲੰਦ ਕਰ ਰਹੇ ਹਾਂ, ਫਿਰ ਇਹਨਾਂ ਲਫ਼ਜ਼ਾਂ ਤੋਂ ਕਿਉਂ ਡਰੀਏ। ਅਗਲੀ ਗੱਲ, ਜਦੋਂ ਅਸੀਂ ਇਹਨਾਂ ਲਫ਼ਜ਼ਾਂ ਨਾਲ ਡੀਲ ਕਰ ਰਹੇ ਹਾਂ, ਹੋ ਕੀ ਰਿਹਾ, ਇਸ ਸਰਕਾਰ ਨੇ ਜਾਂ ਜਿਹੜੀ ਉਹਨਾਂ ਦੀ ਆਈਡੀਓਲੋਜੀ ਆ ਜੋ ਸਕੂਲਾਂ ਕਾਲਜਾਂ 'ਚ ਪੜ੍ਹਾਉਂਦੇ ਆ, ਉੱਥੇ ਉਹਨਾਂ ਨੇ ਉਹ ਆਈਡੀਓਲੋਜੀ ਐਡੀ ਜ਼ਿਆਦਾ ਲੋਕਾਂ ਦੀਆਂ ਮਾਨਸਿਕਤਾ 'ਤੇ ਘੜਤੀ ਵੀ ਲੋਕ ਵੀ ਇਹ ਸੋਚਣ ਲੱਗ ਗਏ ਵੀ ਜਿਹਨੇ ਕੋਈ ਖਾਲਿਸਤਾਨ ਦੀ ਗੱਲ ਕੀਤੀ, ਦੇਖੋ ਇਹ ਤਾਂ ਅੱਤਵਾਦ ਵਾਲੇ ਪਾਸੇ ਤੁਰ ਪਿਆ, ਇਹ ਤਾਂ ਵੱਖਵਾਦ ਵਾਲੇ ਪਾਸੇ ਤੁਰ ਪਿਆ। ਸੋ ਸਾਨੂੰ ਥੋੜ੍ਹਾ ਜਿਹਾ ਡਿਫਰੈਂਸ਼ੀਏਟ ਕਰਨ ਦੀ ਜ਼ਰੂਰਤ ਆ। ਅਸੀਂ ਯੂਨੀਅਨ ਤੋਂ ਵੱਖ ਹੋਣ ਦੀ ਗੱਲ ਨਹੀਂ ਕਰ ਰਹੇ ਹਾਂ, ਅਸੀਂ ਪਹਿਲਾਂ ਤਾਂ ਅੱਜ ਖੁਦ ਮੁਖਤਿਆਰੀ ਦੀ ਗੱਲ ਕਰ ਰਹੇ ਹਾਂ। ਹੁਣ ਜਿਹੜੇ ਖੁਦ ਮੁਖਤਿਆਰੀ 'ਚ ਸਾਡੇ ਕੋਲੇ ਪੰਜਾਬ ਦੇ ਫੈਸਲੇ ਲੈਣ ਦਾ ਹੱਕ ਹੋਣਾ ਚਾਹੀਦਾ। ਜੇ ਪੰਜਾਬ ਦੇ ਫੈਸਲੇ ਲੈਣ ਦਾ ਹੱਕ ਨਹੀਂ ਹੈ, ਚਾਹੇ ਉਹ ਕਿਸਾਨੀ ਦੇ ਹੋਣ, ਚਾਹੇ ਉਹ ਪਾਣੀਆਂ ਦੇ ਹੋਣ, ਚਾਹੇ ਸਾਡੇ ਇਨਵਾਇਰਮੈਂਟਲ ਵਾਤਾਵਰਨ ਦੇ ਹੋਣ, ਚਾਹੇ ਸਾਡੀ ਸਿੱਖਿਆ ਦੇ ਹੋਣ, ਚਾਹੇ ਇੰਪਲੋਇਮੈਂਟ ਨਾਲ ਰਿਲੇਟਡ ਹੋਣ, ਫਿਰ ਜੇ ਅਸੀਂ ਕਹੀਏ ਵੀ ਪੰਜਾਬ 'ਚ ਇੱਕ ਸਾਰਥਕ ਸਮਾਜ ਸਿਰਜਿਆ ਜਾਊਗਾ ਤਾਂ ਨਹੀਂ ਸਿਰਜਿਆ ਜਾ ਸਕਦਾ, ਜਾਂ ਕਿਸੇ ਵੀ ਸੂਬੇ 'ਚ ਨਹੀਂ ਸਿਰਜਿਆ ਜਾ ਸਕਦਾ। ਸੋ ਇਹ ਪਹਿਲੀ ਗੱਲ ਆ। ਦੂਜੀ ਗੱਲ ਆਪਾਂ ਜਿਹੜੀ ਕਰਨੀ ਆ ਉਹ ਇਹ ਕਰਨੀ ਆ ਵੀ ਜਿਹਨੇ ਕੱਲ੍ਹ ਨਾਅਰੇ ਲਾਏ ਉਹਦੀ ਭਾਵਨਾ ਕੀ ਸੀ, ਉਹਦੇ ਪਿੱਛੇ ਜਾਂ ਉਹਨੇ ਭੇਜਿਆ ਕਿਸੇ ਨੇ ਗਿਆ ਸੀ, ਜਾਂ ਉਹ ਸਾਜ਼ਿਸ਼ ਕੀ ਸੀ। ਦੇਖੋ, ਮੈਨੂੰ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਉੱਥੋਂ ਕੱਢ ਲਿਆ ਗਿਆ, ਉੱਥੋਂ ਮੋਰਚੇ 'ਚੋਂ ਮੈਨੂੰ ਕੱਢ ਕੇ ਉਹ ਟਰੈਕਟਰ ਵਾਲੇ ਪਾਸੇ ਲੈ ਗਏ। ਮੈਂ ਟਰੈਕਟਰ ਵਾਲੇ ਨਾਲ ਬੈਠ ਕੇ, ਔਰ ਮੈਂ ਫੇਰ ਕਹਿੰਦਾ ਉਸ ਮੁੰਡੇ ਦੀ ਦਾਰੂ ਪੀਤੀ ਸੀ, ਉਹਦੇ ਨਾਲ ਜਾ ਕੇ ਤੇ ਮੈਂ ਟਰੈਕਟਰ ਖੜਾਉਣ ਵਾਸਤੇ ਉਹ ਸੜਕ ਤੋਂ ਪਰਾਂ ਕਰਾਇਆ ਤੇ ਟਰੈਕਟਰ ਖੜਾਉਣ ਵਾਸਤੇ ਦੂਰ ਚਲਾ ਗਿਆ ਤੇ ਉਹਦੇ ਨਾਲ ਗੱਲਬਾਤ ਕੀਤੀ ਵੀ ਬਾਈ ਤੂੰ ਭਰਾ, ਆਪਾਂ ਆਹ ਕੰਮ ਨਹੀਂ ਕਰਨਾ, ਕਿਉਂਕਿ ਸਰਕਾਰ ਚਾਹੁੰਦੀ ਆ ਆਹ ਸਭ ਕੁਝ ਹੋਵੇ ਤੇ ਸਾਨੂੰ ਵਾਇਲੈਂਸ ਵਾਲੇ ਪਾਸੇ ਧੱਕੇ, ਅਸੀਂ ਇਹ ਕੰਮ ਨਹੀਂ ਕਰਨਾ। ਅਸੀਂ ਬੜੀ ਇੱਕ ਪੀਸਫੁਲ ਐਜੀਟੇਸ਼ਨ ਜਿਹੜੀ ਆ ਉਹ ਲੈ ਕੇ ਚੱਲ ਰਹੇ ਹਾਂ ਤੇ ਗੱਲ ਵੀ ਬਣ ਰਹੀ ਆ।
ਅਗਲੀ ਗੱਲ, ਉਦੋਂ ਪਿੱਛੋਂ ਨਾਅਰੇ ਲੱਗਦੇ ਆ ਖਾਲਿਸਤਾਨ ਦੇ, ਔਰ ਉਹ ਜਿਹੜੇ ਮੁੰਡੇ ਨੇ ਨਾਅਰੇ ਲਾਏ ਆ ਉਹਦਾ ਉੱਥੇ ਕੋਈ ਲੈਣਾ ਦੇਣਾ ਨਹੀਂ ਆ। ਉਸ ਮੁੰਡੇ ਨੇ ਵੀ ਕੋਈ ਨਾ ਕੋਈ, ਇਹ ਕਹਿ ਲਓ ਵੀ ਕਿਸੇ ਨਾ ਕਿਸੇ ਨੇ ਪਿੱਛੋਂ ਚਾਬੀ ਦੇ ਕੇ ਉੱਥੇ ਭੇਜਿਆ, ਵੀ ਉਹਨੂੰ ਕਿਹਾ ਵੀ ਜਾ ਕੇ ਆਹ ਕੰਮ ਕਰਕੇ ਆਈ। ਹੁਣ ਭਾਵਨਾ ਬੜੀ ਜ਼ਰੂਰੀ ਆ। ਜਦੋਂ ਹਾਕਮ ਬਾਈ ਵਰਗੇ ਗਏ ਉਹਨੂੰ ਲੈ ਕੇ, ਉਹ ਐਕਚੁਅਲੀ 'ਚ ਇਹ ਸਾਜ਼ਿਸ਼ ਨੂੰ ਸਮਝ ਕੇ ਵੀ ਹੋ ਕੀ ਰਿਹਾ, ਉਹਨਾਂ ਦਾ ਗੁੱਸਾ ਉਸ ਸਾਜ਼ਿਸ਼ ਦੇ ਪ੍ਰਤੀ ਸੀ, ਪਰ ਉਹ ਨਿਕਲ ਗਿਆ ਜਾਂ ਮੀਡੀਆ ਨੇ ਦਿਖਾਇਆ ਕਿਸੇ ਹੋਰ ਢੰਗ ਨਾਲ। ਸੋ ਗੱਲ ਇਹ ਨਹੀਂ, ਗੱਲ ਆਪਾਂ ਤਾਂ ਉੱਦਾਂ ਦੀ ਕਰ ਰਹੇ ਹਾਂ ਵੀ ਸਾਡਾ ਸਟੇਟਹੁੱਡ, ਅਸੀਂ ਸਟੇਟਹੁੱਡ ਮਾਣਿਆ ਹੋਇਆ, ਸਾਡੇ 'ਚ ਕੌਮੀਅਤ ਦਾ ਜਜ਼ਬਾ ਜਾਂ ਸੋਵਰਨਿਟੀ ਦਾ ਜਜ਼ਬਾ ਬੜਾ ਜ਼ਿਆਦਾ ਸਟਰੋਂਗ ਆ। ਔਰ ਉਹ ਸਟਰੋਂਗ ਜਜ਼ਬੇ ਨੂੰ ਜੇ ਤੁਸੀਂ ਸਾਂਭ ਕੇ ਰੱਖਣਾ ਤੇ ਸਾਡੇ ਸਟੇਟਹੁੱਡ ਨੂੰ, ਸਾਡੀ ਕੌਮੀਅਤ ਨੂੰ ਮਾਣ ਸਨਮਾਨ ਦਿਓ, ਸਾਨੂੰ ਸਪੇਸ ਦਿਓ ਇਸ ਯੂਨੀਅਨ 'ਚ। ਜੇ ਉਹ ਸਪੇਸ ਨਹੀਂ ਮਿਲਦੀ ਤਾਂ ਇਹ ਸਟੇਟਹੁੱਡ ਜਾਂ ਇਹ ਕੌਮੀਅਤ ਸਾਡੇ ਅੰਦਰੋਂ ਮਰ ਨਹੀਂ ਸਕਦੀ। ਤੇ ਇਸੇ ਕਰਕੇ ਉਸ ਕੌਮੀਅਤ ਦੇ ਜਜ਼ਬੇ ਕਰਕੇ ਹੀ ਆਪਾਂ ਮੋਰਚਾ ਵਿੱਢਿਆ। ਹੁਣ ਹੋਇਆ ਕੀ, ਜਦੋਂ ਹਾਕਮ ਬਾਈ ਉਹਨੂੰ ਕਿਸੇ ਪੁਲਿਸ ਵਾਲੇ ਕੋਲੇ ਲੈ ਕੇ ਗਏ, ਲੈ ਕੇ ਤਾਂ ਇਸ ਕਰਕੇ ਗਏ ਵੀ ਉਹ ਮਾਹੌਲ ਖਰਾਬ ਕਰ ਰਿਹਾ। ਕਿਉਂ? ਕਿਉਂਕਿ ਉਹ ਕਿਸੇ ਸਾਜ਼ਿਸ਼ ਅਧੀਨ ਆਇਆ ਹੋਇਆ ਬੰਦਾ, ਔਰ ਉਹ ਪੁਲਿਸ ਵਾਲਾ ਗਾਂ ਇੱਕ ਹਿੰਦੂ ਜੈਂਟਲਮੈਨ ਸੀ। ਤੇ ਉੱਥੇ ਪਿਛਲੇ ਕੁਝ ਕੁ ਦਿਨਾਂ ਤੋਂ ਮੋਰਚਿਆਂ 'ਚ, ਆਪਣੇ ਮੋਰਚੇ 'ਚ ਖਾਸ ਕਰਕੇ ਪੁਲਿਸ ਵਾਲੇ ਤੈਨਾਤ ਹੋਏ ਆ। ਉਹਨਾਂ 'ਚੋਂ ਇੱਕ ਹਿੰਦੂ ਜੈਂਟਲਮੈਨ ਹੁੰਦਾ ਜਿਹੜਾ ਆਮ ਤੌਰ 'ਤੇ ਹਿੰਦੀ ਬੋਲਦਾ। ਉਹਨਾਂ ਨੇ ਉਹਦੇ ਨਾਲ ਹਿੰਦੀ ਬੋਲ ਕੇ ਗੱਲ ਕੀਤੀ ਹੋਣੀ ਆ ਵੀ ਇਹਨੂੰ ਫੜੋ, ਇਹਨੇ ਆਹ ਕੰਮ ਕੀਤਾ। ਅੱਛਾ, ਪਿਛਲਾ ਸਾਰਾ ਉੱਥੇ ਜੋ ਇਨਸੀਡੈਂਟ ਦਾ ਜੋ ਰੂਪ ਸੀ ਉਸ ਬਿਆਨ ਕਰਨਾ ਬੜਾ ਔਖਾ ਸੀ, ਤੇ ਨਾਲ ਦੀ ਨਾਲ ਮੀਡੀਆ ਨੇ ਜਿਵੇਂ ਪ੍ਰੈਜ਼ੈਂਟ ਕੀਤਾ ਕੋਈ ਹੋਰ ਹੀ ਰੰਗਤ ਦੇਖੀ। ਸੋ ਮੈਂ ਇੱਕ ਗੱਲ ਫੇਰ ਕਹਿਣਾ ਚਾਹਣਾ ਵੀ ਭਰੋਸਾ ਰੱਖੋ, ਅਸੀਂ ਪੰਜਾਬ ਖਾਤਰ, ਪੰਜਾਬ ਦੀ ਕੌਮੀਅਤ ਖਾਤਰ, ਚਾਹੇ ਉਹ ਸਾਡਾ ਪੰਜਾਬ ਹੋਵੇ, ਚਾਹੇ ਖਾਲਿਸਤਾਨ ਹੋਵੇ, ਚਾਹੇ ਤੁਸੀਂ ਕਹਿ ਲਓ ਵੀ ਆਪਦੇ ਹੱਕਾਂ ਦੀ ਗੱਲ ਕਰੀਏ, ਖੁਦ ਮੁਖਤਿਆਰੀ ਦੀ ਗੱਲ ਕਰੀਏ, ਸਾਡੀ ਹੋਂਦ ਖਾਤਰ ਲੜ ਰਹੇ ਹਾਂ। ਸਾਡੀ ਲੜਾਈ ਉਹ ਆ, ਉੱਥੇ ਹੀ ਖੜੇ ਆ, ਉੱਥੇ ਹੀ ਖੜੇ ਰਹਾਂਗੇ, ਇਹ ਮੈਂ ਵਾਅਦਾ ਕਰਦਾ। ਤੁਸੀਂ ਵਿਸ਼ਵਾਸ ਰੱਖੋ, ਇੱਥੋਂ ਆਪਾਂ ਟੱਸ ਤੋਂ ਮਸ ਨਹੀਂ ਹੁੰਦੇ। ਬਾਕੀ ਗੱਲ ਇਹ ਆ, ਲੋਕਾਂ ਨੇ ਜਾਂ ਇਹੋ ਜਿਹੇ ਬੰਦਿਆਂ ਨੇ ਉਲਝਾਉਣਾ ਹੁੰਦਾ, ਸਰਕਾਰਾਂ ਨੇ ਉਲਝਾਉਣਾ ਹੁੰਦਾ, ਵਿਰੋਧੀਆਂ ਨੇ ਉਲਝਾਉਣਾ ਹੁੰਦਾ। ਸਾਡੀਆਂ ਨੀਤਾਂ ਸਹੀ ਆ, ਸਾਡੀਆਂ, ਜਦੋਂ ਮੈਂ ਕਹਿੰਦਾ ਉਹਦੇ 'ਚ ਤੁਸੀਂ ਵੀ ਆਉਣੇ ਹੋ, ਸਾਡੀਆਂ ਇੰਟੈਂਸ਼ਨਸ ਆ ਜਿਹੜੀਆਂ ਉਹ ਬੜੀਆਂ ਪਿਓਰ ਆ। ਮੈਂ ਤਾਂ ਉਹਦੇ ਪ੍ਰੈਸ ਕਾਨਫਰੰਸ 'ਚ ਇੱਥੋਂ ਤੱਕ ਗੱਲ ਕਰਕੇ ਆਇਆ, ਕਿਉਂਕਿ ਮੈਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਸੇਧ ਲਈ ਆ। ਉਹਨਾਂ ਦੀ ਮੈਂ ਸਪੀਚ ਸੁਣ ਰਿਹਾ ਸੀ, ਉਹ ਕਹਿੰਦੇ ਮੈਂ ਇਲੈਕਸ਼ਨ ਨਹੀਂ ਲੜਦਾ। ਤਾਂ ਸਾਰੀ ਉਮਰ ਉਹਨਾਂ ਨੂੰ ਜਦੋਂ ਤੱਕ ਸ਼ਹੀਦੀ ਨਹੀਂ ਹੋਈ, ਉਸ ਤੋਂ ਬਾਅਦ ਵੀ ਕਾਂਗਰਸ ਦਾ ਏਜੰਟ ਕਹਿੰਦੇ ਰਹੇ ਕੁਛ ਲੋਕ। ਤੁਸੀਂ ਜਿਉਣ ਕਿਹਨੂੰ ਦਿੰਦੇ ਹੋ ਇੱਥੋਂ? ਹੁਣ ਮੈਂ ਉਹਨਾਂ ਤੋਂ ਸੇਧ ਲਈ ਆ, ਉਹ ਕਹਿੰਦੇ ਜੀ ਮੈਂ ਇਲੈਕਸ਼ਨ ਨਹੀਂ ਲੜਦਾ, ਮੈਂ ਸੰਘਰਸ਼ ਦੀ ਜਿਹੜੀ ਇੱਕ ਪੋਲੀਟਿਕਸ ਆ ਜਾਂ ਇੱਕ ਇਹੋ ਜਿਹੀ ਧਿਰ ਜਿਹੜੀ ਇਹਨਾਂ ਤੇ ਪਹਿਰਾ ਦੇ ਸਕੇ, ਮੈਂ ਉਹਦਾ ਇੱਕ ਅੰਗ ਬਣ ਕੇ ਰਹੂੰਗਾ। ਜਿੱਥੇ ਜ਼ਬਰ ਤੇ ਜ਼ੁਲਮ ਹੁੰਦਾ ਉਹਦੇ ਖਿਲਾਫ ਆਪਦੀ ਆਵਾਜ਼ ਬੁਲੰਦ ਕਰੂੰਗਾ। ਮੈਂ ਵੀ ਇਹੀ ਗੱਲ ਉਸ ਪ੍ਰੈਸ ਕਾਨਫਰੰਸ 'ਚ ਕਹਿ ਕੇ ਆਇਆ ਵੀ ਪੰਜਾਬ ਨੂੰ ਪੰਜਾਬ ਦੀ ਨਿਰੋਲ ਸਿਆਸਤ ਦੀ ਜ਼ਰੂਰਤ ਆ, ਤੇ ਉਸ ਸਿਆਸਤ ਤੇ ਕੋਈ ਪਹਿਰੇਦਾਰੀ ਤੇ ਕੁੰਡਾ ਸਿਸਟਮ ਦੀ ਜ਼ਰੂਰਤ ਆ। ਇਹ ਸਾਡੀ ਸਮਾਜ ਦੀ ਇਸ ਵੇਲੇ ਜ਼ਰੂਰਤ ਆ। ਨਹੀਂ ਤਾਂ ਅਸੀਂ ਕਹੀਏ ਵੀ ਪੰਜਾਬ ਦੇ ਹੱਕ ਪ੍ਰੋਟੈਕਟ ਕਰ ਲਾਂਗੇ, ਅਸੀਂ ਸੈਂਟਰ ਤੋਂ ਪ੍ਰੋਟੈਕਟ ਕਰ ਲਾਂਗੇ, ਜਾਂ ਇਹ ਕਾਨੂੰਨ ਵਾਰ-ਵਾਰ ਆਉਣਗੇ, ਹੋਰ ਕਈ ਪਾਲਿਸੀਆਂ ਲੈ ਕੇ ਆਉਣਗੇ ਇਹ। ਸੋ ਇਹ ਹੁਣ ਲੁਕਵੇਂ ਢੰਗ 'ਚ ਸਾਡੇ ਤੇ ਵਾਰ ਕਰ ਰਹੇ ਆ, ਸਾਡੀ ਕੌਮੀਅਤ ਦੇ ਖਿਲਾਫ ਵੱਡੇ ਵੱਡੇ ਹਮਲੇ ਹੋ ਰਹੇ ਆ। ਇਸੇ ਖਾਤਰ ਤਾਂ ਆਪਾਂ ਲੜ ਰਹੇ ਹਾਂ। ਸੋ ਆਓ ਇਕੱਠੇ ਮਿਲ ਜੁਲ ਕੇ ਲੜੀਏ, ਮਿਲ ਜੁਲ ਕੇ ਇਸ ਸੰਘਰਸ਼ ਨੂੰ ਅੱਗੇ ਵਧਾਈਏ। ਇਹ ਇਸ ਟਾਈਮ ਇੱਕ ਇਤਿਹਾਸਕ ਯੁੱਧ ਆ, ਪੰਜਾਬ ਦੀ ਹੋਂਦ ਦੀ ਖਾਤਰ ਲੜੀ ਜਾਂਦੇ ਆ ਆਪਾਂ। ਸਾਡੀ ਵਿਲੱਖਣਤਾ, ਸਾਡੀ ਆਈਡੈਂਟਿਟੀ, ਸਾਡੇ ਪਾਣੀ, ਸਾਡਾ ਇਤਿਹਾਸ, ਸਾਡੀ ਮਾਂ ਬੋਲੀ, ਸਾਡੇ ਫਲਸਫੇ ਖਾਤਰ ਲੜੀ ਜਾਂਦੇ ਆ। ਤੁਸੀਂ ਦੇਖੋ, ਇਸੇ ਖਾਤਰ ਜਿਹੜੇ ਸੁਹਿਰਦ ਲੋਕ ਆ, ਨੇਕ ਰੂਹਾਂ, ਉਹਨਾਂ ਨੂੰ ਜਾ ਕੇ ਮੈਂ ਮਿਲ ਰਿਹਾ, ਉਹਨਾਂ ਨੂੰ ਮੈਂ ਜਾ ਕੇ ਬੇਨਤੀ ਕਰ ਰਿਹਾ ਵੀ ਇਕੱਠੇ ਹੋ ਜਾਓ, ਪੰਜਾਬ ਖਾਤਰ ਇਕੱਠੇ ਹੋ ਜਾਓ, ਸਾਡੇ ਲੋਕਾਂ, ਸਾਡੀ ਧਰਤੀ ਖਾਤਰ ਇਕੱਠੇ ਹੋ ਜਾਓ। ਸੋ ਪਰ ਜੇ ਕੋਈ ਇਹ ਸਾਜ਼ਿਸ਼ ਆ ਕੇ ਕਰਦਾ, ਉਸ ਸਾਜ਼ਿਸ਼ ਨੂੰ ਅਸੀਂ ਜਾਂ ਸਾਡੀ ਕੋਈ ਟੀਮ ਦੇ ਬੰਦੇ ਜਾ ਕੇ ਕਿਸੇ ਪੁਲਿਸ ਕੋਲੇ ਜਾਂ ਕਿਸੇ, ਇਹ ਮੈਂ ਮੰਨਦਾ ਵੀ ਉਹਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ, ਉਹਨੂੰ ਆਪਾਂ ਫੜਾਇਆ ਨਹੀਂ। ਜਦੋਂ ਮੈਨੂੰ ਇਹ ਗੱਲ ਪਤਾ ਲੱਗੀ, ਮੈਂ ਉਸੇ ਵੇਲੇ ਫੋਨ ਕੀਤਾ, ਮੈਂ ਉਹਨੂੰ ਕਿਹਾ ਇਹਨੂੰ ਇੱਥੋਂ ਛੱਡੋ ਜਾਂ ਛਡਾਓ। ਉਹਨੂੰ ਉੱਥੋਂ ਛਡਾਇਆ ਗਿਆ ਤੇ ਉਹਨੂੰ ਭੇਜ ਦਿੱਤਾ ਗਿਆ। ਮੈਂ ਕਿਹਾ ਇਹ ਗੱਲਾਂ ਨਹੀਂ ਆਪਾਂ ਕਰਨੀਆਂ, ਕਿਉਂਕਿ ਮੈਨੂੰ ਉੱਥੋਂ ਕੱਢ ਕੇ ਲੈ ਗਏ, ਸਾਜ਼ਿਸ਼ ਅਧੀਨ ਕੱਢ ਕੇ ਲੈ ਗਏ, ਪਿੱਛੋਂ ਆਹ ਸਭ ਕੁਝ ਕਰਤਾ। ਉਹਨਾਂ ਨੂੰ ਪਤਾ ਸੀ ਜਦੀਪ ਹੋਇਆ, ਉਹਨੇ ਕਿਸੇ ਹੋਰ ਢੰਗ ਨਾਲ ਸਿਚੁਏਸ਼ਨ ਹੈਂਡਲ ਕਰਨੀ ਆ। ਕਈ ਵਾਰੀ ਸਾਰੇ ਬੰਦੇ ਇੱਕੋ ਤਰ੍ਹਾਂ ਰਿਐਕਟ ਨਹੀਂ ਕਰਦੇ ਹੁੰਦੇ, ਹਰ ਕਿਸੇ ਦਾ ਰਿਐਕਸ਼ਨ ਵੱਖਰਾ ਵੱਖਰਾ ਹੁੰਦਾ, ਹਰ ਕਿਸੇ ਦੀ ਸਮਝ ਵੱਖਰੀ ਵੱਖਰੀ ਹੁੰਦੀ ਆ। ਸੋ ਅਸੀਂ ਬੜੇ ਮੈਚੋਰਿਟੀ ਨਾਲ, ਆਪਦੇ ਆਪ 'ਚ ਠਰੰਮੇ ਨਾਲ ਤੇ ਇਕੱਠੇ ਰਹਿ ਕੇ ਚੱਲਣਾ, ਆਪਸ 'ਚ ਪਾੜਨਾ ਨਹੀਂ ਆ। ਸਾਨੂੰ
ਸਾਰਿਆਂ ਨੂੰ, ਸਾਨੂੰ ਜਦੋਂ ਮੈਂ ਕਹਿੰਦਾ ਆਪਾਂ ਸਾਰੇ ਸਾਨੂੰ ਪਾੜਨ ਦੇ ਯਤਨ ਵੀ ਕਰਨਗੇ, ਸਾਨੂੰ ਇੱਕ ਦੂਜੇ ਦੇ ਖਿਲਾਫ ਲਿਖਣ ਦੇ ਯਤਨ, ਆਪਾਂ ਦੇਖੋ ਪੋਸਟਾਂ ਲਿਖਣ ਲੱਗ ਹੀ ਪਈਆਂ। ਸੋ ਇਹਨਾਂ ਸਾਰੀਆਂ ਜਿਹੜੀਆਂ ਸਾਜ਼ਿਸ਼ਾਂ ਅਧੀਨ ਸਾਨੂੰ ਆਪਸ 'ਚ ਖੰਡਾਰਿਆ ਜਾਊਗਾ, ਸਾਨੂੰ ਪਾੜਿਆ ਜਾਊਗਾ, ਇੱਕ ਦੂਜੇ ਦੇ ਖਿਲਾਫ ਖੜੇ ਕੀਤਾ ਜਾਊਗਾ। ਉਹਨਾਂ ਚੱਕਰਾਂ 'ਚ ਆਪਾਂ ਨਹੀਂ ਪੈਣਾ। ਅੱਜ ਇੱਕ ਸੰਘਰਸ਼ ਪੰਜਾਬ ਦੀ ਹੋਂਦ ਦੀ ਖਾਤਰ ਲੜ ਰਹੇ ਹਾਂ। ਪਹਿਲਾਂ ਤਰਜੀਹ ਉੱਥੇ ਕਿਸਾਨੀ ਨੂੰ ਦਿੱਤੀ ਹੋਈ ਆ, ਮਜ਼ਦੂਰਾਂ ਨੂੰ ਦਿੱਤਾ ਹੋਇਆ, ਹੋਰ ਬਹੁਤ ਮਸਲੇ ਆ ਜਿਨ੍ਹਾਂ ਖਾਤਰ ਆਪਾਂ ਇਕੱਠੇ ਹੋ ਕੇ ਲੜਨਾ। ਇਸ ਸਟਰਗਲ ਪੋਲੀਟਿਕਸ ਨੂੰ ਅੱਗੇ ਵਧਾਉਣਾ, ਇਹਦੇ 'ਚ ਬਹੁਤ ਨੇਕ ਰੂਹਾਂ ਹੋਰ ਜੁੜ ਰਹੀਆਂ, ਬੜੇ ਬੰਦੇ ਜੁੜ ਰਹੇ ਆ। ਸੋ ਮੇਰਾ ਖਿਆਲ ਆ ਆਪਦਾ ਟਰਮਾ, ਸਾਡੀ ਤਹਿਜ਼ੀਬ, ਤਰੀਕਾ ਸਲੀਕਾ ਅਸੀਂ ਬਣਾ ਕੇ ਰੱਖੀਏ। ਜੇ ਇਹ ਤੋਂ ਥਿਰਕੇ ਤਾਂ ਮੇਰੇ ਖਿਆਲ 'ਚ ਅਸੀਂ ਖਤਾ ਖਾ ਜਾਵਾਂਗੇ, ਜਿਹੜੀ ਹਮੇਸ਼ਾ ਖਾਂਦੇ ਰਹੇ ਹਾਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਆਪਾਂ ਫੇਰ, ਮੈਂ ਇੱਕ ਵਾਰੀ ਕਹਿ ਰਿਹਾ, ਇਕੱਠੇ ਹਾਂ, ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ। ਕਿਸੇ ਬੰਦੇ ਦੀ ਵੀ ਭਾਵਨਾ ਜਾਂ ਕਿਸੇ ਬੰਦੇ ਦੀ ਇੰਟੈਂਸ਼ਨ, ਉਹਦੀ ਮਨਸ਼ਾ, ਉਹ ਕਰਪਟ ਨਹੀਂ ਆ, ਉਹਦੇ 'ਚ ਕੋਈ ਨਫ਼ਰਤ ਨਹੀਂ ਆ, ਉਹਦੇ 'ਚ ਕੋਈ ਜੱਜਮੈਂਟ ਨਹੀਂ ਆ। ਪਰ ਉਹ ਸਾਰਾ ਜਿਹੜਾ ਗਰਾਊਂਡ ਰਿਐਲਿਟੀ ਹੁੰਦੀ ਆ, ਉਹ ਕੁਛ ਕਈ ਵਾਰੀ ਵੱਖਰੀ ਹੁੰਦੀ ਆ, ਪੇਸ਼ ਕਿਸੇ ਹੋਰ ਢੰਗ 'ਚ ਕੀਤੀ ਜਾਂਦੀ ਆ। ਇਸ ਕਰਕੇ ਤੁਸੀਂ ਇਹਨਾਂ ਗੱਲਾਂ ਤੋਂ ਦੂਰ ਰਹੋ। ਫੇਰ ਇੱਕ ਵਾਰੀ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਫਿਰ ਮੈਨੂੰ ਆਉਣਾ ਪਿਆ ਗੱਲਬਾਤ ਕਰਨ ਲਈ, ਕਿਉਂਕਿ ਜਿਹੜੀ ਮੈਂ ਪਹਿਲਾਂ ਗੱਲਬਾਤ ਕੀਤੀ ਉਹਦੇ 'ਚ ਹਜੇ ਕੁਛ ਸਾਡੇ ਬੰਦਿਆਂ ਦੇ ਸ਼ੰਕੇ ਰਹਿ ਗਏ। ਪਰ ਮੈਂ ਇੱਕ ਸ਼ੰਕਾ ਕਲੀਅਰ ਕਰਦਾ, ਸਿੱਧੀ ਗੱਲ, ਵੀ ਜਿਹੜੀ ਗੱਲ ਤੇ ਖਾਲਿਸਤਾਨ ਜਾਂ ਖਾਲਿਸਤਾਨ ਜ਼ਿੰਦਾਬਾਦ ਦੀ ਗੱਲ ਤੇ ਹਾਂਜੀ ਗੱਲ ਕਰ ਰਹੇ ਸੀ, ਜਿਹੜੀ ਗੱਲ ਤੇ ਖਾਲਿਸਤਾਨ ਜ਼ਿੰਦਾਬਾਦ ਦੀ ਗੱਲ ਤੇ ਜਾਂ ਖਾਲਿਸਤਾਨ ਦੀ ਗੱਲ ਤੇ ਐਡਾ ਵੱਡਾ ਸੰਘਰਸ਼ ਲੜਿਆ ਗਿਆ, ਇੰਨਾ ਖੂਨ ਡੁੱਲਿਆ, ਸਾਡੀ ਧਰਤੀ ਨੇ, ਸਾਡੇ ਪੰਜਾਬ ਨੇ ਇੰਨਾ ਸਫ਼ਰ ਕੀਤਾ, ਉਸ ਗੱਲ ਤੋਂ ਆਪਾਂ ਪਿੱਛੇ ਨਹੀਂ ਹਟ ਰਹੇ, ਮੁਨਕਰ ਨਹੀਂ ਹੋ ਰਹੇ। ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਇੱਕ ਵਾਰੀ ਫੇਰ ਸਪਸ਼ਟ ਕਰਦਾ ਵੀ ਕੱਲ੍ਹ ਜੋ ਕੁਛ ਹੋਇਆ ਤੇ ਸਾਡੇ ਬੰਦਿਆਂ ਨੇ ਜੋ ਕੁਛ ਕੀਤਾ, ਉਹ ਐਕਸੈਪਟੇਬਲ ਨਹੀਂ ਆ, ਉਹ ਬਿਲਕੁਲ ਐਕਸੈਪਟੇਬਲ ਨਹੀਂ ਆ। ਇਹ ਬੜਾ ਗਲਤ ਸੀ, ਇਹਨੂੰ ਕੰਡੈਮ ਕਰਦੇ ਆ ਉਸ ਐਕਸ਼ਨ ਨੂੰ। ਪਰ ਨਾਲ ਨਾਲ ਸੰਘਰਸ਼ ਜਦੋਂ ਲੜੇ ਜਾਂਦੇ ਆ ਨਾ, ਸੰਘਰਸ਼ ਦੇ ਬੜੇ ਵਹਿਣ ਵਹਿੰਦੇ ਆ। ਇੱਕ ਵਹਿਣ ਵਹਿੰਦਾ ਆਰਥਿਕ ਤੌਰ ਤੇ ਸੰਘਰਸ਼ ਲੜਿਆ ਜਾਂਦਾ, ਜਿਹੜਾ ਕਿਸਾਨ ਜਥੇਬੰਦੀਆਂ ਲੜ ਰਹੀਆਂ। ਇੱਕ ਜਿਹੜਾ ਸੰਘਰਸ਼ ਦਾ ਵਹਿਣ ਆ, ਉਹ ਆਪਾਂ ਪੰਜਾਬ ਦੀ ਹੋਂਦ ਦੀ ਖਾਤਰ ਲੜ ਰਹੇ ਹਾਂ, ਸਾਡੀ ਖੁਦਮੁਖਤਿਆਰੀ ਦੀ ਖਾਤਰ ਲੜ ਰਹੇ ਹਾਂ। ਇੱਕ ਵਹਿਣ ਹੋ ਸਕਦਾ ਜਿਹੜੇ ਸਾਡੇ ਬੰਦੇ ਆ ਉਹ ਖਾਲਿਸਤਾਨ, ਐਨ ਸੰਪੂਰਨ ਖਾਲਿਸਤਾਨ ਵਾਲੀ ਗੱਲ ਵੀ ਕਰਨ। ਸੋ ਕਿਤੇ ਨਾ ਕਿਤੇ ਜਾ ਕੇ ਇਹਨਾਂ ਵਹਿਣਾਂ ਨੂੰ ਵੀ ਸਮਝਣਾ ਪਊਗਾ ਸਾਨੂੰ। ਮੈਂ ਫੇਰ ਕਹਿਣਾ, ਇਹ ਬਿਲਕੁਲ ਸਾਡਾ ਇੱਕ ਬਹੁਤ ਵੱਡਾ ਸੈਕਸ਼ਨ ਆ ਜਿਹਦੇ ਦਿਲ ਤੇ ਸੱਟ ਵੱਜੀ ਇਸ ਗੱਲ ਨਾਲ ਵੀ ਉਹਨੂੰ ਜਦੋਂ ਪੁਲਿਸ ਕੋਲੇ ਦਿੱਤਾ ਤੇ ਨਹੀਂ ਦਿੱਤਾ ਜਾਣਾ ਚਾਹੀਦਾ ਸੀ। ਇਸ ਐਕਸ਼ਨ ਨੂੰ ਮੈਂ ਸ਼ਰੇਆਮ ਕੰਡੈਮ ਕਰਦਾ। ਪਰ ਇੱਕ ਹੋਰ ਗੱਲ ਮੈਂ ਕਹਿਣਾ, ਤੁਹਾਡਾ ਦਿਲ ਤੁਸੀਂ ਨਾ ਦਿਖਾਇਓ, ਤੁਹਾਡਾ ਦਿਲ ਨਹੀਂ ਦੁਖਣ ਦੇਵਾਂਗੇ, ਤੁਹਾਡੇ ਨਾਲ ਖੜੇ ਆ। ਜਿਹੜਾ ਇੱਕ ਬੜਾ ਵੱਡਾ ਸੈਕਸ਼ਨ ਇਹ ਸਮਝਦਾ ਵੀ ਸਾਡੇ ਤੇ ਜਿੰਨਾ ਧੱਕਾ ਸਾਡੇ ਨਾਲ ਕੀਤਾ ਗਿਆ, ਜਿੰਨਾ ਜ਼ੁਲਮ ਕੀਤਾ ਗਿਆ, ਜਬਰ ਸਾਡੇ ਨਾਲ ਹੋਇਆ, ਜਾਂ ਸਾਡੇ ਨਾਲ ਜਿੱਦਾਂ ਵੱਡਾ ਵਿਤਕਰਾ ਕੀਤਾ ਜਾਂਦਾ, ਹੁਣ ਸਾਡਾ ਛੁਟਕਾਰਾ ਇਸ ਯੂਨੀਅਨ ਤੋਂ ਬਾਹਰ ਜਾ ਕੇ ਹੀ ਆ। ਸੋ ਉਸ ਸਾਰੇ ਵਰਗ ਦੇ ਨਾਲ ਵੀ ਖੜੇ ਆ। ਇਸ ਕਰਕੇ ਹੀ ਮੈਂ ਦੁਬਾਰਾ ਆ ਕੇ ਇਹ ਗੱਲ ਕਹਿ ਰਿਹਾ, ਮੈਂ ਕੰਡੈਮ ਕਰਦਾ ਕੱਲ੍ਹ ਵਾਲੇ ਐਕਸ਼ਨ ਨੂੰ, ਤੇ ਮੈਂ ਸਟੈਂਡ ਲੈਣਾ ਤੁਹਾਡੇ ਨਾਲ ਇਸ ਗੱਲ ਦਾ। ਸੋ ਬਾਕੀ ਜਿਹਦੇ ਦਿਲ ਦੁਖੇ ਆ, ਮੇਰੇ ਵੱਲੋਂ ਹੱਥ ਜੋੜ ਕੇ ਮੈਂ ਮਾਫ਼ੀ ਮੰਗਦਾ ਉਹਨਾਂ ਤੋਂ ਵੀ ਤੁਹਾਡੇ ਦਿਲ ਦੁਖਾਏ ਗਏ ਆ। ਹਾਂਜੀ, ਇੱਕ ਵਾਰੀ ਫੇਰ ਮੈਂ ਇਹ ਗੱਲ ਕਹਿ ਦਿੰਦਾ, ਜਿਹਦੇ ਦਿਲ ਦੁਖੇ ਆ, ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਉਹਨਾਂ ਤੋਂ, ਤੁਹਾਡੇ ਦਿਲ ਦੁਖਾਏ ਗਏ ਆ। ਉਸ ਗੱਲ ਦਾ ਸੰਪੂਰਨ ਤੌਰ ਤੇ ਧਿਆਨ ਰੱਖਿਆ ਜਾਊਗਾ ਤੇ ਇਸ ਗੱਲ ਤੇ, ਇਹ ਗੱਲ ਇੱਥੇ ਹੀ ਨਹੀਂ ਖਤਮ ਹੋ ਜਾਂਦੀ। ਇਸ ਗੱਲ ਤੇ ਮੈਂ ਤੁਹਾਡੇ ਨਾਲ ਖੜਾ, ਸਟੈਂਡ ਲਊਗਾ ਤੇ ਕੋਈ ਨਾ ਕੋਈ ਐਕਸ਼ਨ ਲਿਆ ਜਾਊਗਾ ਜੀ, ਔਰ ਸ਼ਰੇਆਮ ਲਿਆ ਜਾਊਗਾ, ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕੀਤਾ ਜਾਊਗਾ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ।